ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਅ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। हाँ जी, थैंक यू सो मच हर्ष। अपने सारे श्रोतिਆਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ ਪ੍ਰੋਗਰਾਮ। ਆਓ ਫਿਰ ਗੱਲਬਾਤ ਕਰੀਏ ਥੋੜੀ ਜੀ ਰੀਅਲ ਸਟੇਟ ਦੀ, ਥੋੜੀ ਜੀ ਟ੍ਰੈਫਿਕ ਦੀ, ਥੋੜੀ ਦੀ ਹਾਈਵੇ ਦੀ ਗੱਲਬਾਤ ਕਰੀਏ। ਐਜ਼ ਅ ਰੀਅਲ ਸਟੇਟ ਮੈਂ ਕਿਉਂ ਅਨਾਉਂਸ ਕੀਤਾ ਬਿਕਾਜ਼ ਜਦੋਂ ਹਾਈਵੇ ਨਵਾਂ ਬਣਦਾ ਹੈ ਤੇ ਫਿਰ ਰੀਅਲ ਸਟੇਟ ਵੀ ਉਹਦੀ ਵੈਲਿਊ ਵੀ ਵੱਧਦੀ ਹੈ ਤੇ ਆਲੇ ਦੁਆਲੇ ਜਿੰਨੇ ਵੀ ਲੈਂਡਸ ਨੇ, ਜ਼ਮੀਨਸ ਨੇ, ਉਹਦੀ ਤਾਂ ਫਿਰ ਲੋਟਰੀ ਨਿਕਲ ਜਾਂਦੀ ਹੈ। ਪਰੰਤੂ ਗੱਲ ਕਰ ਰਿਹਾ ਜੀ ਮਸ਼ਹੂਰ ਚਰਚਾ ਦੇ ਵਿੱਚ ਹਾਈਵੇ 413 ਬਰੈਂਪਟਨ ਸਪੋਰਟ ਕਰ ਰਹੀ ਹੈ ਜੀ ਫॉर द planned 413 for now। ਯੈਸ ਹਰਸ਼, ਇਸ ਤਰ੍ਹਾਂ ਵੀ ਆਪਾਂ ਇਹ ਪਿੱਛੇ ਕਾਫੀ ਚਰਚਾ ਦੇ ਵਿੱਚ ਹੀ ਆ ਪ੍ਰੋਵਿੰਸ ਦੇ ਵਿੱਚ, ਖਾਸ ਤੌਰ ਤੇ ਜੋ ਡਰਾਈਵਰ ਭਾਈਚਾਰਾ, ਟੈਕਸੀ ਹੋਣ ਜਾਂ ਅਦਰਵਾਈਜ਼ ਟਰੱਕਿੰਗ ਸਪੈਸ਼ਲੀ ਤੇ ਜਾਣੀ ਜਿਹੜਾ ਹਾਈਵੇ 413 ਆ, ਜਿਹੜਾ ਕਿ ਪ੍ਰੋਜੈਕਟਡ ਆ, ਕਹਿ ਲਓ ਇੱਕ ਤਰੀਕੇ ਨਾਲ ਪਲੈਨਡ ਆ, ਜਾਂ ਹਜੇ ਚਲੋ ਸਾਰਾ ਉਹਦੇ ਜਿਹੜੇ ਪਲੈਨਿੰਗ ਫੇਜ਼ਸ ਆ ਉਹ ਪੂਰੇ ਨਹੀਂ ਹੋਏ ਆ, ਪਰ ਗਵਰਨਮੈਂਟ ਉਹਦੀ ਤਿਆਰ ਆ ਵੀ ਅਸੀਂ ਇਹ ਬਣਾਵਾਂਗੇ ਜੀ। ਇਹ ਪਰ ਹਜੇ ਬਣਦੇ ਨੂੰ ਤੇ ਚਲੋ ਲੱਗ ਜਾਊਗਾ ਟਾਈਮ, ਪਰ ਕੋਈ ਆਪਾਂ ਮੰਜ਼ਿਲ ਤੇ ਪਹੁੰਚਾਂਗੇ ਤੇ ਤਾਂ ਜੇ ਤੁਰਨਾ ਸ਼ੁਰੂ ਕਰਾਂਗੇ। ਪਰ ਜੇ ਹੁਣ ਤੁਰਨ ਤੋਂ ਪਹਿਲਾਂ ਤਰ੍ਹਾਂ ਦੀਆਂ ਰੁਕਾਵਟਾਂ ਆ, ਕਿਉਂਕਿ ਵੀ ਆਪਾਂ ਦੇਖਿਆ ਵੀ ਇੱਥੇ ਜਿਹੜੀਆਂ ਆਸ-ਪਾਸ ਦੀਆਂ ਸਿਟੀ ਕੌਂਸਲਸ ਆ ਜਾਂ ਰੀਜਨਲ ਕੌਂਸਲਸ ਆ ਸਪੈਸ਼ਲੀ, ਜਾਣੀ ਕਿ ਉਹਨਾਂ ਦੇ ਵੱਲੋਂ ਮਤੇ ਪਾ ਕੇ ਜਾਣੀ ਕਿ ਇਹਦਾ ਵਿਰੋਧ ਇਸ ਪ੍ਰੋਜੈਕਟ ਦਾ ਕੀਤਾ ਜਾਂਦਾ ਰਿਹਾ ਤੇ ਪਿਛਲੀ ਜਿਹੜੀ ਲਿਬਰਲ ਸਰਕਾਰ ਸੀ ਉਹ ਤਾਂ ਵਰਕਾ ਹੀ ਪਾੜ ਗਏ ਸੀਗੇ। ਬਿਲਕੁਲ। ਪਰ ਹੁਣ ਦੇਖਣ ਵਾਲੀ ਗੱਲ ਹੈ ਵੀ ਜਿੰਨੀ ਪਾਪੂਲੇਸ਼ਨ ਵੱਧ ਰਹੀ ਆ, ਅਸੀਂ ਦੁਨੀਆ ਭਰ ਤੋਂ ਲੋਕ ਲਿਆਉਣਾ ਵੀ ਚਾਹੁੰਦੇ ਆ, ਪਰ ਉਹਦੇ ਨਾਲ ਹੀ ਫਿਰ ਆਪਾਂ ਹੁਣ ਹਾਊਸਿੰਗ ਇੰਡਸਟਰੀ ਦੇ ਵਿੱਚ ਜਿੱਦਾਂ ਕ੍ਰਾਈਸਿਸ ਦੇਖ ਰਹੇ ਆ ਵੀ ਇਨਫਰਾਸਟਰਕਚਰ ਨੂੰ ਜੇ ਲੋੜਾਂ ਦੇ ਮੁਤਾਬਕ ਪਾਪੂਲੇਸ਼ਨ ਦੇ ਨਹੀਂ ਅਪਗ੍ਰੇਡ ਕਰਦੇ ਤੇ ਫਿਰ ਤਦੇ ਕਰਕੇ ਜਾਣੀ ਪਈ ਅਫਰਾ ਤਫਰੀ ਆ ਜਾਂ ਕਿਸੇ ਤਰੀਕੇ ਦੇ ਨਾਲ ਵੀ ਜਾਣੀ ਸਟੈਂਡਰਡ ਆਫ ਸਰਵਿਸਿਜ਼ ਆ ਜਿਹੜਾ ਜੀ ਜਦੋਂ ਅਫੈਕਟ ਹੁੰਦਾ ਤੇ ਲੋਕ ਜਿਹੜੇ ਆ ਉਹ ਨਿਰਾਸ਼ ਹੁੰਦੇ ਆ। ਇਹਦੇ ਵਿੱਚ ਹੁਣ ਜਾਣੀ ਇਹ ਸੜਕਾਂ ਤੇ ਜਿਹੜੇ ਜਾਮ ਲੱਗਦੇ ਆ ਸਪੈਸ਼ਲੀ ਹਾਈਵੇਜ਼ ਤੇ GTA ਏਰੀਆ ਦੇ ਵਿੱਚ ਹੈ ਤੇ ਚਲੋ ਸਾਰੇ ਹੀ ਜਿਹੜੇ ਮੈਟਰੋਪੋਲੀਟਨ ਸਿਟੀ ਦੁਨੀਆ ਦੇ ਵਿੱਚ ਉਹ ਰਸ਼ ਤਾਂ ਪੈਂਦਾ ਹੀ ਆ ਜੀ, ਪਰ ਲੇਕਿਨ ਕਿ ਵੀ ਜਦੋਂ ਹੁਣ ਪਾਪੂਲੇਸ਼ਨ ਜਿਹੜਾ ਵੀ ਐਕਸਪੈਂਡ ਹੋ ਰਹੀ ਆ, ਬਾਹਰ ਨਿਕਲ ਰਹੀ ਆ, ਬਰੈਂਪਟਨ ਤੋਂ ਅੱਗੇ ਨਾਰਥ ਸਾਈਡ ਨੂੰ ਕੈਲੇਡਨ ਵੱਧ ਰਿਹਾ, ਸਭ ਕੁਛ ਉੱਤੇ ਨਿੱਕੇ ਜਿਹੜੇ ਪਿੰਡ ਸੀਗੇ ਉਹ ਸ਼ਹਿਰ ਬਣਨ ਨੂੰ ਤਿਆਰ ਹੋਏ ਹੋ ਆ, ਤੇ ਜਿਸ ਕਰਕੇ ਵੀ ਇਹ ਹਾਈਵੇ 400 ਨੂੰ ਕੈਲੇਡਨ ਤੇ ਬਰੈਂਪਟਨ ਦੇ ਇੱਧਰੋਂ ਰਸਤੇ ਪਾਉਣ ਦੇ ਰਸਤੇ ਗਾਂ ਅੱਗੇ ਹਾਈਵੇ 401 407 ਤੱਕ ਜੋੜਨ ਵਾਲਾ ਹਾਈਵੇ ਜਿਹੜਾ 413 ਜਿਹਦੀਆਂ ਗੱਲਾਂ ਹੀ ਚੱਲੀ ਜਾ ਰਹੀਆਂ ਕਈ ਸਾਲਾਂ ਤੋਂ, ਤੇ ਇਹ ਇੱਕ ਮੋਸ਼ਨ ਪਾਸ ਕਰਕੇ ਨਾ ਬਰੈਂਪਟਨ ਦੀ ਸਿਟੀ ਕੌਂਸਲ ਨੇ ਮਤਲਬ ਇਹਦੀ ਸਪੋਰਟ ਕਰ ਦਿੱਤੀ ਸੀ ਜੀ। ਮਿਸਿਸਾਗਾ ਨੇ ਇਹਦਾ ਸਖਤ ਵਿਰੋਧ ਕੀਤਾ ਸੀਗਾ, ਪਰ ਲੱਗ ਰਿਹਾ ਵੀ ਕਿਤੇ ਨਾ ਕਿਤੇ ਜਿਹੜੀ ਲੌਬੀ ਆ ਨਾ ਉਹ ਹਜੇ ਵੀ ਐਨਵਾਇਰਨਮੈਂਟ ਦੇ ਨਾਂ ਤੇ ਬਰੈਂਪਟਨ ਦੀ ਕੌਂਸਲ ਤੇ ਪ੍ਰੈਸ਼ਰ ਹੈਗਾ ਆ, ਜਿਹਦੇ ਕਰਕੇ ਵੀ ਜਾਣੀ ਇਹਨਾਂ ਨੂੰ ਜੱਕੋ ਤੱਕੋ ਦੇ ਵਿੱਚ ਰੱਖਿਆ ਜਾ ਰਿਹਾ ਵੀ ਇੱਥੋਂ ਤੱਕ ਗੱਲ ਪਹੁੰਚਾਈ ਕਿ ਮੋਸ਼ਨ ਲਿਆਂਦਾ ਗਿਆ ਕਿ ਜਿਹੜਾ ਇਹ ਜੀ ਵੀ ਸਤੰਬਰ 2020 ਦੇ ਵਿੱਚ ਸਿਟੀ ਨੇ ਸਪੋਰਟ ਕੀਤੀ ਸੀ ਹਾਈਵੇ 413 ਦੇ ਪ੍ਰੋਜੈਕਟ ਦੀ, ਵੀ ਇਹਨੂੰ ਰੀਕਨਸਿਡਰ ਜਾਨੀ ਕਿ ਮੁੜ ਵਿਚਾਰ ਕੀਤਾ ਜਾਵੇ ਵੀ ਕੀ ਇਹ ਡਿਸੀਜਨ ਠੀਕ ਹੈ ਜਾਂ ਹੁਣ ਅਪੋਜ਼ ਕਰਨਾ ਚਾਹੀਦਾ ਹਨਾ। ਉਹ ਫਿਰ ਮੋਸ਼ਨ ਤੇ ਕੱਲ ਵੋਟਿੰਗ ਹੋਈ ਸੀਗੀ, ਹੁਣ ਕਿੰਨੇ ਵਿਰੋਧ ਦੇ ਵਿੱਚ ਵੋਟ ਪਾਈ ਆ ਇਹ ਅਜੇ ਡੀਟੇਲ ਉਹਨਾਂ ਨੇ ਨਹੀਂ ਭੇਜੇ, ਪਰ ਗੋਪੀ ਢਿੱਲੋਂ ਉਹਨਾਂ ਨੇ ਜ਼ਰੂਰ ਆਪਣੇ ਵੱਲੋਂ ਪ੍ਰੈਸ ਰਿਲੀਜ਼ ਕੀਤੀ ਆ ਵੀ ਇਹਦੇ ਖਿਲਾਫ ਮੈਂ ਵੋਟ ਪਾਈ ਆ, ਤੇ ਉਹ ਮੋਸ਼ਨ ਥਰੂ ਨਹੀਂ ਹੋ ਸਕਿਆ ਸਿਟੀ ਕੌਂਸਲ ਦੇ ਵਿੱਚ। ਪਰ ਹੁਣ ਬਰੈਂਪਟਨ ਵਰਗੇ ਸਿਟੀ ਦੇ ਵਿੱਚ ਜਿੱਥੇ ਮੇਅਰ ਵੀ ਬੋਸਟ ਕਰਦੇ ਆ ਜੀ ਵੀ ਇੱਥੇ ਟਰੱਕਿੰਗ ਭਾਈਚਾਰਾ ਬਹੁਤ ਸਾਡੇ ਪਾਪੂਲੇਸ਼ਨ ਆ, ਅਸੀਂ ਅਸੈਂਸ਼ੀਅਲ ਸਰਵਿਸ ਸਰਵ ਕਰਦੇ ਆ, ਹਾਂਜੀ ਫਰੰਟ ਲਾਈਨ ਵਰਕਰ ਆ, ਸਭ ਕੁਛ ਆ, ਤੇ ਫਿਰ ਉਹਨਾਂ ਨੂੰ ਇਹ ਸਮਝ ਤਾਂ ਹੈਗੀ ਆ ਵੀ ਹਾਈਵੇ ਜੇ ਨਵੇਂ ਬਣੂਗੇ ਤੇ ਉਹਦੇ ਨਾਲ ਟਰੱਕਿੰਗ ਭਾਈਚਾਰੇ ਦਾ ਤੇ ਫਾਇਦਾ ਹੀ ਹੋਏਗਾ ਨਾ। ਬਿਲਕੁਲ। ਸੋ ਤਦ ਕਰਕੇ ਵੀ ਸਪੈਸ਼ਲੀ ਬਰੈਂਪਟਨ ਦੀ ਸਿਟੀ ਕੌਂਸਲ ਜੇ ਇਸ ਜੱਕੋ ਤੱਕੋ ਦੇ ਵਿੱਚ ਹੋਵੇ ਤੇ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਆ। ਪਰ ਕੁੱਲ ਮਿਲਾ ਕੇ ਜਿਹੜਾ ਇਹ ਜਾਣੀ 60 ਕਿਲੋਮੀਟਰ ਦਾ 59 ਕਿਲੋਮੀਟਰ ਦਾ ਇਹ ਹਾਈਵੇ ਬਣਨਾ ਆ, ਹੁਣ ਤੁਸੀਂ ਦੇਖੋ ਵੀ ਬਰੈਂਪਟਨ ਦੀ ਜਿਹੜੀ ਪਾਪੂਲੇਸ਼ਨ ਆ ਗਾਂ ਵੱਧਦੀ ਤੁਰੀ ਜਾਣੀ ਆ ਹਨਾ। ਅੱਜ ਭਾਵੇਂ ਚਲੋ ਨੰਬਰ ਦੇ ਵਿੱਚ ਉਹਨੂੰ 7 ਲੱਖ ਦੇ ਆਸ-ਪਾਸ ਤਾਂ ਸਮਝਿਆ ਹੀ ਜਾਂਦਾ ਜੀ, ਪਰ ਜਿਹੜੀ ਹਿਡਨ ਪਾਪੂਲੇਸ਼ਨ ਆ ਬੇਸਮੈਂਟਾਂ ਦੇ ਵਿੱਚ ਬੈਠੀ ਆ ਜਿਹੜੀ ਕਿਸੇ ਗਿਣਤੀ ਦੇ ਵਿੱਚ ਨਹੀਂ ਗਈ, ਸੋ ਕੁੱਲ ਮਿਲਾ ਕੇ ਜਾਣੀ ਇਹ ਬਹੁਤ ਜਲਦੀ ਸ਼ਹਿਰ ਜਿਹੜਾ 10 ਲੱਖ ਲੋਕਾਂ ਦਾ ਸ਼ਹਿਰ ਬਣ ਜਾਣਾ ਹੈ ਬਰੈਂਪਟਨ। ਤੇ ਜੇ ਇੱਥੇ ਐਕਸਪੈਂਸ਼ਨ ਜਿਹੜੀ ਆ ਸਰਵਿਸਿਜ਼ ਦੀ ਇੱਦਾਂ ਰੋਡਸ ਦੀ ਨਹੀਂ ਹੋਊਗੀ ਤੇ ਕਿਸ ਤਰੀਕੇ ਨਾਲ ਪਾਪੂਲੇਸ਼ਨ ਨੇ ਜਿਹੜਾ ਜੀ ਮੂਵ ਹੋਣਾ ਰੋਡਸ ਦੇ ਉੱਤੇ।
ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਇਹ ਇਸ ਲਿਹਾਜ਼ ਨਾਲ ਹਾਈਵੇ 413 ਦੀ ਲੋੜ ਤਾਂ ਸਮਝੀ ਜਾ ਰਹੀ ਆ ਬਹੁਤ। ਹੁਣ ਕੋਈ ਸਮਾਂ ਜਦੋਂ ਆਪਾਂ ਨਹੀਂ ਸੀਗੇ ਹਨਾ, ਪਹਿਲਾਂ ਹੁਣ ਜਿਸ ਤਰ੍ਹਾਂ ਟੋਰਾਂਟੋ ਡਾਊਨਟਾਊਨ ਤੋਂ ਇਹ ਐਕਸਪੈਂਡ ਹੋਣਾ GTA ਸ਼ੁਰੂ ਹੋਇਆ ਤੇ ਬਾਅਦ ਦੇ ਵਿੱਚ ਹਾਈਵੇ ਨਾਲ ਦੀ ਨਾਲ ਬਣਦੇ ਹੀ ਗਏ ਆ। ਤੇ ਜੇ ਹੁਣ ਅਸੀਂ ਕਹੀਏ ਵੀ ਹਾਈਵੇ ਨਹੀਂ ਬਣਾਉਣਾ, ਨਾਲ ਸਾਨੂੰ ਜਾਣੀ ਕਿ ਗਾਂਹ ਟਰਾਂਸਪੋਰਟ ਤੇ ਸਾਨੂੰ ਪ੍ਰੋਗਰੈਸ ਵੀ ਚਾਹੀਦੀ ਆ, ਡਿਵੈਲਪਮੈਂਟ ਵੀ ਚਾਹੀਦੀ ਆ। ਜਿਨ੍ਹਾਂ ਦੇਸ਼ਾਂ ਨੇ ਇਹ ਨਹੀਂ ਕੰਮ ਕੀਤੇ ਉਹ ਪਿੱਛੇ ਰਹਿ ਗਏ। ਜਰਮਨੀ 'ਚ ਜਾ ਕੇ ਦੇਖ ਲਓ ਕਿਸ ਤਰ੍ਹਾਂ ਉਹਨਾਂ ਨੇ ਨਿੱਕਾ ਜਿਹਾ ਦੇਸ਼ ਆ, ਮਤਲਬ ਉਹਨੂੰ ਐਨ ਕਹ ਲਓ ਵੀ ਤਰੱਕੀ ਤੇ ਪ੍ਰਗਤੀ ਦਾ ਮੁਜੱਸਮਾ ਬਣਾਇਆ ਹੋਇਆ ਦੁਨੀਆ ਦੇ ਵਿੱਚ ਜੀ। ਇਸ ਕਰਕੇ ਆ ਵੀ ਉਹਨਾਂ ਦਾ ਰੋਡ ਨੈਟਵਰਕ ਜਾ ਕੇ ਦੇਖੋ। ਇੱਕੋ ਇੱਕ ਦੁਨੀਆ ਦਾ ਦੇਸ਼ ਹੈ ਜਿਹੜਾ ਕਿ ਫ੍ਰੀਲੀ ਕਹਿੰਦਾ ਕਿ ਚੱਲ ਲਓ ਹਾਈਵੇ ਤੇ ਜਿੰਨੀ ਸਪੀਡ ਜਿੰਨਾ ਦਮ ਆ ਤੁਹਾਡੇ ਦੇ ਵਿੱਚ ਉਹਨਾਂ ਚੱਲ ਕੇ ਦੇਖ ਲਓ। ਰਾਈਟ। ਤੇ ਦੱਸ ਦਿਓ ਵੀ ਜਰਮਨੀ ਦੇ ਵਿੱਚ ਜੇ 300 ਕਿਲੋਮੀਟਰ ਪ੍ਰਤੀ ਘੰਟਾ ਤੇ ਅਸੀਂ ਚੱਲ ਕੇ ਦੇਖਿਆ ਉੱਥੇ, ਤੇ ਕਿੰਨੇ ਕੁ ਉੱਥੇ ਮਾਰੂ ਐਕਸੀਡੈਂਟ ਓਨਟਾਰੀਓ ਨਾਲ ਵੱਧ ਹੋ ਰਹੇ ਆ ਹਨਾ। ਸੋ ਕਿੰਨਾ ਕੁ ਉੱਥੇ ਨਾਲੇ ਐਨਵਾਇਰਨਮੈਂਟ ਇਸ ਕਰਕੇ ਖਰਾਬ ਹੋ ਗਿਆ। ਸੋ ਜਿਹੜਾ ਵਾਤਾਵਰਣ ਦੀ ਢੁੱਚਰੇ ਦੇ ਵਿੱਚ ਡਾਈ ਜਾ ਰਹੀ ਆ, ਹੁਣ ਇਹ ਦੇਖਣਾ ਵੀ ਆਪਾਂ ਜਾਣੀ ਕਿ ਘਰ ਬਣਾ ਕੇ ਜੰਗਲਾਂ 'ਚ ਰਹਿਣਾ ਕਿ ਜਾਂ ਫਿਰ ਇਹਦੇ ਨਾਲ ਇਨਫਰਾਸਟ੍ਰਕਚਰ ਆ ਜਿਹੜੀ ਉਹਨੂੰ ਵੀ ਮੈਚ ਕਰਨਾ ਜੀ। ਉਸ ਲਿਹਾਜ਼ ਨਾਲ ਜੇ ਕਿਤੇ ਹਾਈਵੇ 401 ਬਣਾਇਆ ਸੀ, ਇਹ 407 ਦਾ ਤੇ ਚਲੋ ਬਾਅਦ 'ਚ ਡਰਾਮਾ ਹੀ ਸਾਬਤ ਹੋਇਆ, ਬਾਕੀ ਸਾਰੇ ਬਣੇ ਆ, 427 ਬਣਿਆ, 410 ਬਣਿਆ, ਉਧਰ 400 ਬਣਿਆ, ਤੇ ਇਹ ਪ੍ਰੋਗਰੈਸ ਦੇ ਨਾਲ ਮੈਚ ਕੀ ਕਰਦੇ। ਇਨਵਾਇਰਨਮੈਂਟ ਦਾ ਇੰਨਾ ਖਤਰਾ ਹੋ ਗਿਆ। ਨਾਲੇ GTA ਦੇ ਵਿੱਚ ਜਿਹੜਾ ਸਾਰਾ ਦਿਨ ਮਤਲਬ ਟਰੱਕ ਇਹ ਗੱਡੀਆਂ ਸੜਕਾਂ ਤੇ ਪਾਰਕਿੰਗ ਲੋਟ ਬਣੀ ਰਹਿੰਦੀ ਆ ਤੇ ਉਹਦੇ ਨਾਲ ਇਨਵਾਇਰਨਮੈਂਟ ਠੀਕ ਰਹਿੰਦਾ। ਇਹਦਾ ਮਤਲਬ ਇਹ ਆ ਵੀ ਸਾਰਾ ਦਿਨ ਜੇ ਸੜਕਾਂ ਤੇ ਜਾਮ ਲੱਗਾ ਆ ਤੇ ਨਵੀਆਂ ਸੜਕਾਂ ਦੀ ਲੋੜ ਆ, ਬਿਲਕੁਲ ਜਵਾਬ ਸਾਹਿਬ, ਨਵੇਂ ਹਾਈਵੇਜ਼ ਦੀ ਲੋੜ ਆ। ਸੋ ਉਸ ਲਿਹਾਜ਼ ਨਾਲ ਹਾਈਵੇ 413 ਸਮੇਂ ਦੀ ਲੋੜ ਆ। ਬਰੈਂਪਟਨ ਜਿਹੜਾ ਇਹ ਚੱਕੋ ਤੱਕੋ ਦੇ ਵਿੱਚ ਪਿਆ, ਇਹ ਹੁਣ ਇਲੈਕਸ਼ਨ ਈਅਰ ਵੀ ਆ, ਸ਼ਾਇਦ ਇਸ ਕਰਕੇ ਨਾ ਹੁਣ ਕਿਤੇ ਕੋਈ ਡਰਾਮਾ ਮਤਲਬ ਡਰ ਹੀ ਗਏ ਹੁਣ ਅੰਦਰੋਂ ਵੀ ਇਲੈਕਸ਼ਨ ਆ ਗਈ ਆ, ਜੇ ਕਿਤੇ ਹੁਣ ਨਾ ਕਰ ਦਿੱਤੀ ਤੇ ਮੁੜ ਕੇ ਲੋਕ ਜ਼ਿਆਦਾ ਗੁੱਸੇ ਹੋ ਜਾਣਗੇ। ਪਰ ਦੇਖਣ ਵਾਲੀ ਗੱਲ ਹੈ ਕਿ ਚਲੋ ਇੱਕ ਵਾਰੀ ਜਿਹੜਾ ਇਮੋਸ਼ਨ ਆਇਆ ਸੀ ਜਾਣੀ ਇਹ ਫੇਲ ਹੋ ਗਿਆ। ਹਾਲ ਦੀ ਘੜੀ ਨਾ ਚਾਹੁੰਦਿਆਂ ਹੋਏ ਵੀ ਸ਼ਾਇਦ ਬਰੈਂਪਟਨ ਜਿਹੜਾ ਵੀ ਹਾਈਵੇ 413 ਆ ਜਿਹੜਾ ਇਹ ਪ੍ਰੋਜੈਕਟ, ਉਸ ਦੀ ਸ਼ਾਇਦ ਸਪੋਰਟ ਇਹਨਾਂ ਨੂੰ ਕਰਨੀ ਪਵੇ, ਇਹ ਕਿਹਾ ਜਾ ਸਕਦਾ। ਜੌਲ ਸਾਹਿਬ, ਗੱਲਬਾਤ ਕਰੀਏ CBSA ਦੇ ਬਾਰੇ। CBSA ਵਾਰਨ ਕਰ ਰਹੀ ਹੈ ਜੀ ਇੱਕ ਨਿਊ ਸਕੈਮ ਅਬਾਊਟ E-ਵੀਜ਼ਾਸ, ਇਹਦੀ ਕੀ ਚਰਚਾ ਹੈ ਜੀ? ਹਰਸ਼, ਵੈਸੇ ਕੋਈ ਭੈਣ ਭਰਾ ਮੰਨੇ ਤੇ ਭਾਵੇਂ ਨਾ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਸ਼ਾਇਦ ਤੁਹਾਡੇ ਡੈਡ ਨੂੰ ਜ਼ਰੂਰ ਯਾਦ ਹੋਊਗਾ ਵੀ ਇਹ ਜਦੋਂ ਚਲੋ ਕੈਨੇਡਾ ਦੇ ਵਿੱਚ ਵੀ ਮਾੜੇ ਲੋਕ ਤਾਂ ਸਾਰੀ ਦੁਨੀਆ 'ਚ ਹੀ ਹੈਗੇ ਨਾ, ਚੰਗੇ ਨਾ ਕਿਤੇ ਸਾਰੀ ਦੁਨੀਆ 'ਚ ਸਾਰੇ ਚੰਗੇ ਆ ਨਾ ਸਾਰੇ ਮਾੜੇ ਆ, ਉਹ ਤੇ ਸਾਰੀਆਂ ਦੀ ਤਾਂ ਗੱਲ ਚੱਲਦੀ ਆ। ਪਰ ਜਾਣੀ ਕਿ ਆਮ ਤੌਰ ਤੇ ਇਹ ਹੁੰਦਾ ਸੀਗਾ ਵੀ ਜਿਹੜੇ ਵਿਦੇਸ਼ਾਂ ਤੋਂ ਆਏ ਹੋਏ ਲੋਕ ਜੇ ਇੱਥੇ ਕ੍ਰਿਮੀਨਲ ਬਣਨ, ਉਹਨਾਂ ਦੀ ਜਦੋਂ ਗੱਲ ਚੱਲਦੀ ਸੀ ਅਰਸ਼, ਤੇ ਫਿਰ ਇਹ ਗੱਲ ਫਟਾਫਟ ਜਾਣੀ ਕਿ ਉੱਠ ਕੇ ਆ ਜਾਂਦੀ ਸੀ ਵੀ ਕਮਿਊਨਿਟੀ ਦਾ ਨਾਮ ਬਦਨਾਮ ਹੋ ਚੱਲਿਆ ਹਨਾ। ਜੇ ਤੁਸੀਂ ਕ੍ਰਿਮੀਨਲ ਅਨਸਰ ਨੂੰ ਆਪਣੀ ਕਮਿਊਨਿਟੀ ਚੋਂ ਉਜਾਗਰ ਕਰਦੇ ਹੋ ਤੇ ਉਹਦਾ ਜਾਣੀ ਇਹ ਮਾਨਸਿਕਤਾ ਲਿਆਂਦੀ ਗਈ, ਮੈਂ ਤੇ ਉਹਨੂੰ ਬਿਮਾਰ ਮਾਨਸਿਕਤਾ ਕਹੂੰਗਾ, ਤੇ ਇਹਦੇ ਨਾਲ ਕਮਿਊਨਿਟੀ ਦਾ ਨਾਮ ਬਦਨਾਮ ਹੋ ਗਿਆ ਜੀ। ਤੇ ਉਹ ਕ੍ਰਿਮੀਨਲ ਐਲੀਮੈਂਟ ਨੂੰ ਉਜਾਗਰ ਕਰਨ ਵਾਲੇ ਸੋਰਸਿਸ ਨੂੰ, ਮੀਡੀਆ ਨੂੰ, ਲੋਕਾਂ ਨੂੰ ਹੀ ਕਮਿਊਨਿਟੀ ਦੇ ਵਿਰੋਧੀ ਜਾਣੀ ਕਿ ਅਫਵਾਹਾਂ ਉਡਾਉਣੀਆਂ ਵੀ ਕਮਿਊਨਿਟੀ ਦਾ ਵਿਰੋਧੀ ਆ। ਗੱਲ ਤਾਂ ਅਗਲਾ ਚਲੋ ਕ੍ਰਿਮੀਨਲ ਦੇ ਅੰਸ਼ ਦੀ ਕਰਦਾ ਨਾ, ਜਿਹੜੇ ਸਾਡੇ ਵਿੱਚ ਭੈੜੇ ਲੋਕ ਆ ਰਹੇ ਦੋ ਟੈਚੀ ਚੁੱਕ ਕੇ ਤੇ ਇੱਥੇ ਆ ਕੇ ਮਤਲਬ ਸਾਰੀ ਕਮਿਊਨਿਟੀ ਦਾ ਨਾਂ। ਹੁਣ ਤੁਸੀਂ ਦੱਸੋ ਵੀ ਕਮਿਊਨਿਟੀ ਚੋਂ ਆ ਕੇ ਲੋਕ ਕ੍ਰਾਈਮ ਕਰਨ, ਚੋਰੀਆਂ ਕਰਨ, ਠੱਗੀਆਂ ਕਰਨ, ਲੋੜਵੰਦਾਂ ਨੂੰ ਲੁੱਟਣ, ਇਹਦੇ ਨਾਲ ਕਮਿਊਨਿਟੀ ਦਾ ਨਾਂ ਖਰਾਬ ਹੁੰਦਾ ਕਿ ਜਾਂ ਇਹੋ ਜਿਹੇ ਅਨਸਰ ਨੂੰ, ਸਿਉਂਕ ਨੂੰ, ਘੁਣ ਨੂੰ ਉਜਾਗਰ ਕਰਨ ਦੇ ਨਾਲ ਕਮਿਊਨਿਟੀ ਦਾ ਨਾਂ ਖਰਾਬ ਹੁੰਦਾ? ਇਹ ਸੋਚਣ ਵਾਲੀ ਗੱਲ ਆ ਜੀ। ਸੋ ਇਸ ਕਰਕੇ ਪਿਛਲੇ ਦਹਾਕਿਆਂ ਦੇ ਦੌਰਾਨ ਇਹਦੇ ਤੇ ਕੋਈ ਗੱਲ ਨਹੀਂ ਕੀਤੀ ਗਈ, ਤਦ ਕਰਕੇ ਆਪਾਂ ਦੇਖਿਆ ਵੀ ਇਹ ਘੁਣ ਤੇ ਸਿਉਂਕ ਅੰਦਰੋਂ ਅੰਦਰੀ ਵਧੀ ਆ, ਭਾਵੇਂ ਉਹ ਸਾਫ਼ ਸੁਥਰੇ ਕੱਪੜੇ ਪਾ ਕੇ ਟਾਈਆਂ ਲਾ ਕੇ ਕੀਤੀ ਆ ਜੋ ਵੀ ਠੱਗੀ ਕੈਨੇਡਾ ਨਾਲ, ਨਾ ਜਾਣੀ ਕਿ ਜੋ ਫੜ ਹੋ ਗਿਆ ਚਲੋ ਉਹ ਤਾਂ ਆਪਣੇ ਸਾਹਮਣੇ ਹੀ ਆ। ਕੁੱਲ ਮਿਲਾ ਕੇ ਜਾਣੀ ਕਿ ਵੀ ਅੱਜ ਵੀ ਇਹੋ ਜਿਹੇ ਅਨਸਰ ਹੈਗੇ ਆ ਸਾਡੇ ਸਮਾਜ ਦੇ ਵਿੱਚ ਇੱਥੇ, ਜਿਨ੍ਹਾਂ ਨੂੰ ਇਹ ਲੱਗਦਾ ਵੀ ਹੁਣ ਆਪਾਂ ਦੇਖੋ ਪਿੱਛੇ ਗੱਲ ਕੀਤੀ ਸੀ ਵੀ ਨਵਾਂ ਸਾਲ ਚੜ੍ਹਿਆ ਨਹੀਂ ਤੇ 23 ਤਰੀਕ ਤੱਕ 23 ਪੰਜਾਬੀ ਤੇ ਪੰਜਾਬਣਾ ਜਿਹੜੇ ਅਰੈਸਟ ਜੀ ਜੀ ਬਿਲਕੁਲ। ਅੱਛਾ, ਇਹਦੇ ਵਿੱਚ ਹੁਣ ਗਲਤ ਗੱਲ ਝੂਠ ਕੀ ਆ ਵੀ ਉਹਨਾਂ ਦੀ ਇਹ ਖਬਰ ਢੱਕ ਲਈ ਜਾਵੇ ਤੇ ਫੇਰ ਕਮਿਊਨਿਟੀ ਦਾ ਜ਼ਿਆਦਾ ਫਾਇਦਾ, ਫੇਰ ਇਹ ਰੁਕ ਜਾਊਗਾ ਕੰਮ, ਜਾ ਕੇ ਰੁਕਿਆ। ਇਹ ਗੱਲ ਕਰਨ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਆ ਰਹੀ ਆ, ਅੱਗੇ ਨਾਲੋਂ ਜ਼ਿਆਦਾ ਕੈਨੇਡਾ ਨਾਲ ਜੁੜਿਆ ਜਾ ਰਿਹਾ, ਸਮਝਿਆ ਜਾ ਰਿਹਾ ਵੀ ਅਸੀਂ ਘਰੋਂ ਕਿਹੜੇ ਕੰਮ ਟੈਚੀ ਚੁੱਕ ਕੇ ਤੁਰੇ ਸੀ ਤਾਂਗ ਨਾਲ, ਕਿਹੜੇ ਇੱਥੇ ਕਰਨ ਦੀ ਲੋੜ ਸੀ। ਸੋ ਇਸ ਕਰਕੇ ਮੈਂ ਸਮਝਾਂਗਾ ਵੀ ਅੱਜ ਵੀ ਸਾਡੀ ਕਮਿਊਨਿਟੀ ਦੇ ਵਿੱਚ ਇਹੋ ਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਗਲਤ ਅਨਸਰ ਹੈਗੇ ਆ ਜੀ। ਜੇ ਤੁਸੀਂ ਕ੍ਰਿਮੀਨਲ ਐਲੀਮੈਂਟ ਨੂੰ ਉਭਾਰਨ ਦੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਖਤਰਾ ਪੈਦਾ ਹੋ ਜਾਂਦਾ ਵੀ ਕਮਿਊਨਿਟੀ ਦਾ ਨਾਂ ਖਰਾਬ ਹੋ ਚੱਲਿਆ, ਵੀ ਇਹ ਬੰਦੇ ਕਮਿਊਨਿਟੀ ਦੇ ਵਿਰੋਧੀ ਆ। ਉਹ
ਮੁਜਰਮ ਕਮਿਊਨਿਟੀ ਦਾ ਵਿਰੋਧੀ ਆ ਕਿ ਮੁਜਰਮ ਨੂੰ ਉਜਾਗਰ ਕਰਨ ਵਾਲਾ ਵਿਅਕਤੀ ਕਮਿਊਨਿਟੀ ਦਾ ਵਿਰੋਧੀ ਹੈ, ਸਮਝਣ ਦੀ ਲੋੜ ਹੈ। ਕਮਿਊਨਿਟੀ ਬੜੀ ਸਮਝਦਾਰ ਆ। ਸੋ ਇਸ ਕਰਕੇ ਅੱਜ ਵੀ ਜਾਣੀ ਕਿ ਇਸ ਤਰ੍ਹਾਂ ਦੀ ਸੁੱਤੀ ਹੋਈ ਮਾਨਸਿਕਤਾ ਵਾਲੇ ਲੋਕ ਸਾਡੇ ਸਮਾਜ 'ਚ ਹੈਗੇ। ਮੈਨੂੰ ਹੈਰਾਨੀ ਆ ਵੀ ਉਹ ਕੈਨੇਡਾ ਤੱਕ ਪਹੁੰਚੇ ਹੋਏ ਆ। ਕੁੱਲ ਮਿਲਾ ਕੇ ਲੇਕਿਨ ਕਿ ਇਹ CBSE ਹੈ ਜਿਹੜੀ ਜੀ, ਵੀ ਇਹਨਾਂ ਨੇ ਲੋਕਾਂ ਨੂੰ, ਭੈਣ ਭਰਾਵਾਂ ਨੂੰ ਕੈਨੇਡਾ ਦੇ ਵਿੱਚ ਵਾਰਨ ਕੀਤਾ ਵੀ ਤੁਹਾਨੂੰ ਕੋਈ ਟੈਲੀਫੋਨ ਕਾਲ ਆ ਸਕਦੀ ਹੈ, ਤੁਹਾਨੂੰ ਕੋਈ ਈਮੇਲ ਆ ਸਕਦੀ ਹੈ, ਤੁਹਾਨੂੰ ਕੋਈ ਟੈਕਸਟ ਆ ਸਕਦਾ ਹੈ, ਜਿਹੜਾ ਕਿ ਵੀ ਇੱਕ ਤੇ ਇਹ ETA ਜਿਹਨੂੰ ਆਪਾਂ ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ ਜਾਂ ਕਹਿ ਲਓ ਵੀ ਵੀਜ਼ਾ ਕੈਨੇਡਾ ਦਾ ਕਹਿੰਦੇ ਆ, ਇਹ ਉਹਨਾਂ ਲੋਕਾਂ ਨੂੰ ਮਿਲਦਾ ਜਿਹੜੇ ਕਿ ਅਦਰਵਾਈਜ਼ ਮਤਲਬ ਇਹਨਾਂ ਮੁਲਕਾਂ ਦੇ ਵਿੱਚ ਕੈਨੇਡਾ ਵਿੱਚ ਆਉਣਾ ਹੋਵੇ ਤੇ ਉਹਨਾਂ ਨੂੰ ਐਮਬੈਸੀ ਦੇ ਵਿੱਚ ਵੀਜ਼ਾ ਅਪਲਾਈ ਕਰਕੇ ਨਹੀਂ ਲੈਣਾ ਪੈਂਦਾ, ਆਨਲਾਈਨ ਹੀ ਲੈ ਲਿਆ ਜਾਂਦਾ, ਜਿੱਦਾਂ ਕਿ ਕੈਨੇਡੀਅਨ ਸਿਟੀਜ਼ਨ ਨੂੰ ਇੰਡੀਆ ਦਾ ਪਹਿਲਾਂ ਮਿਲਦਾ ਹੁੰਦਾ ਸੀਗਾ। ਤੇ ਜਾਂ ਫਿਰ ਅੱਜ ਕੱਲ੍ਹ ਆਪਾਂ ਅਰਾਈਵ ਕੈਨ ਐਪ ਦੀ ਗੱਲ ਕਰਦੇ ਹਾਂ ਵੀ ਇਸ ਤਰ੍ਹਾਂ ਦੀ ਉਹ ਈਮੇਲ ਜਾਂ ਫੋਨ ਕਰਕੇ ਕਹਿ ਸਕਦੇ ਆ, ਟੈਕਸਟ ਕਰਕੇ ਵੀ ਤੁਹਾਨੂੰ ਜੀ ਆ ਅਰਾਈਵ ਕੈਨ ਜਾਂ ਫਿਰ ETA ਵੀਜ਼ਾ ਇਹਦੇ ਕੋਈ ਪੈਸੇ ਤੁਹਾਡੀ ਪੇਮੈਂਟ ਰਹਿੰਦੀ ਆ ਤੇ ਉਹ ਪੇ ਕਰੋ, ਜਾਂ ਤੁਸੀਂ ਪੇ ਕਰਨੀ ਆ ਤੇ ਸਾਨੂੰ ਦੱਸੋ। ਆਪਣਾ ਖਾਸ ਤੌਰ ਤੇ SIN ਨੰਬਰ ਮੰਗਿਆ ਜਾਂਦਾ ਵੀ SIN ਨੰਬਰ ਦਿਓ ਜੀ, ਆਪਣਾ ਕ੍ਰੈਡਿਟ ਕਾਰਡ ਨੰਬਰ ਦਿਓ ਜੀ। ਇਸ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਜੇ ਕੋਈ ਈਮੇਲ ਮੰਗੇ CBSE ਦੇ ਹਵਾਲੇ ਦੇ ਨਾਲ ਤੇ ਉਹ ਨਹੀਂ ਉਸ ਈਮੇਲ ਦਾ ਜਵਾਬ ਦੇਣ ਦੀ ਲੋੜ। ਕੁਝ ਇਹੋ ਜਿਹੀਆਂ ਜਿਹੜੀਆਂ ਕੰਪਲੇਂਟਸ ਆ ਉਹ CBSE ਨੂੰ ਪਹੁੰਚੀਆਂ ਨੇ। CBSE ਆਪਾਂ ਨੂੰ ਪਤਾ ਹੀ ਆ ਵੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੈਗੇ ਆ ਜੀ। ਸੋ ਕੈਨੇਡਾ ਜਿਹੜੇ ਲੋਕਾਂ ਨੇ ਦਾਖਲ ਹੋਣਾ ਜ਼ਮੀਨੀ ਰਸਤੇ ਜਾਂ ਏਅਰਪੋਰਟਸ ਦੇ ਰਾਹੀਂ, ਜਾਣੀ ਕਿ ਉਹਨਾਂ ਦਾ ਇਹਨਾਂ ਦੇ ਨਾਲ ਵਾਹ ਪੈਂਦਾ ਹੀ ਪੈਂਦਾ। ਸੋ ਕੁੱਲ ਮਿਲਾ ਕੇ ਜਾਣੀ ਪਈ ਇਹ ਵੀਜ਼ਾ ਜਾਂ ਫਿਰ ਅਰਾਈਵ ਕੈਨ ਜਾਂ ਅਦਰਵਾਈਜ਼ ਵੀ CBSE ਦੀ ਕਿਸੇ ਵੀ ਸਰਵਿਸ ਦੇ ਲਿਹਾਜ਼ ਦੇ ਨਾਲ ਕੋਈ ਈਮੇਲ, ਟੈਲੀਫੋਨ ਜਾਂ ਵੈਬਸਾਈਟ ਦਾ ਕੋਈ ਹਵਾਲਾ ਆਵੇ, ਟੈਕਸਟ ਮੈਸੇਜ ਆਵੇ, ਬਿਲਕੁਲ ਆਪਣੀ ਜਿਹੜੀ ਆ ਉਹ ਪਰਸਨਲ ਇਨਫੋਰਮੇਸ਼ਨ ਨਹੀਂ ਡਿਸਕਲੋਜ਼ ਕਰਨੀ। ਤੇ ਇਸ ਤਰ੍ਹਾਂ ਦੀ ਜਿਹੜੀ ਈਮੇਲ ਆਵੇ ਉਹ ਜਿਹੜਾ ਕੈਨੇਡੀਅਨ ਐਂਟੀ ਫਰਾਡ ਸੈਂਟਰ ਹੈ ਉਹਨਾਂ ਨੂੰ ਫਾਰਵਰਡ ਕਰ ਦਿੱਤੇ ਜਾਣ ਦੀ ਲੋੜ ਹੈ ਜੀ। ਉਹ ਕਿਉਂਕਿ ਹੁਣ ਆਪਾਂ ਇੱਦਾਂ ਦੀਆਂ ਗੱਲਾਂ ਸਪਸ਼ਟ ਤੌਰ ਤੇ ਕਰ ਰਹੇ ਹਾਂ ਪਿਛਲੇ ਸਾਲਾਂ ਤੋਂ, ਭੈਣ ਭਰਾ ਅੱਗੇ ਨਾਲੋਂ ਘੱਟ ਲੁੱਟੇ ਜਾ ਰਹੇ ਆ ਅਰਸ਼ ਜੀ, ਤੇ ਇਹਦੇ ਨਾਲ ਕਮਿਊਨਿਟੀ ਬਚ ਗਈ ਆ ਕਿ ਬਦਨਾਮ ਹੋ ਗਈ ਆ। ਸੋ ਇਸ ਕਰਕੇ ਇਹ ਆ ਵੀ ਕ੍ਰਿਮੀਨਲ ਐਲੀਮੈਂਟ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਹਮਦਰਦੀ ਰੱਖਣ ਵਾਲੇ ਆ ਨਾ ਵੀ ਇਹਨਾਂ ਦਾ ਪਰਦਾ ਕੱਜਿਆ ਰਵੇ, ਉਹ ਪਰਦਾ ਕੱਜਣ ਨਾਲ ਸਿਉਂਕ ਵੱਧਦੀ ਆ, ਓਏ ਖਾ ਜਾਂਦੀ ਆ ਚਗਾਠਾਂ ਨੂੰ ਤੁਹਾਡੇ ਘਰ ਨੂੰ। ਇਹ ਘਰ ਹੈ ਦੇਸ਼, ਇਹਨੂੰ ਖਾ ਜਾਣਗੇ ਕ੍ਰਿਮੀਨਲ ਲੋਕ ਜੇ ਇਹਨਾਂ ਦੇ ਪਰਦੇ ਕੱਜੋਗੇ ਤਾਂ। ਸੋ ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਮਿਊਨਿਟੀ ਦੇ ਵਿਰੋਧੀ ਕੌਣ ਨੇ ਤੇ ਕਮਿਊਨਿਟੀ ਦੇ ਨਾਲ ਕੌਣ ਨੇ। ਇਹ ਆਪਾਂ ਆਏ ਹਾਂ ਕੈਨੇਡਾ ਦੂਰ ਚੱਲ ਕੇ, ਕੈਨੇਡਾ ਨੇ ਸਾਨੂੰ ਅਪਣਾਇਆ, ਅਸੀਂ ਕੈਨੇਡਾ ਨੂੰ ਅਪਣਾਇਆ ਨਾ। ਕੈਨੇਡਾ ਨੇ ਸਾਨੂੰ ਇੱਥੇ ਆਉਣ ਦੀ ਅਪਰਚੁਨਿਟੀ ਇਸ ਦੇਸ਼ ਨੂੰ ਲੁੱਟਣ ਵਾਸਤੇ ਦਿੱਤੀ ਆ। ਜਿਹੜੇ ਲੁੱਟਦੇ ਨੇ ਤੇ ਲੁੱਟਦੀਆਂ ਨੇ ਉਹਨਾਂ ਦੀ ਗੱਲ ਹੈ, ਸਾਰੀਆਂ ਦੀ ਕਦੇ ਨਹੀਂ ਹੁੰਦੀ। ਜਿਹੜੇ ਚੰਗੇ ਨੇ ਉਹਨਾਂ ਦਾ ਸਤਿਕਾਰ ਹੈ, ਚਰਨਾਂ ਨੂੰ ਹੱਥ ਲਾਉਂਦੇ ਆ ਜੀ। ਪਰ ਜਿਨ੍ਹਾਂ ਨੇ ਬਦਨਾਮ ਕੀਤਾ ਆਪਣੇ ਆਪ ਨੂੰ, ਜਾਨੀ ਜੀਵਨ ਗਾਲਿਆ ਇੱਥੇ 84 ਲੱਖ ਜੂਨਾਂ ਤੋਂ ਬਾਅਦ, ਚੋਰਨੀਆਂ ਬਣ ਕੇ ਕੈਨੇਡਾ ਦੇ ਵਿੱਚ, ਕੋਈ ਉਹਨਾਂ ਦੇ ਨਾਲ ਹਮਦਰਦੀ ਕਿਸੇ ਵਿਅਕਤੀ ਦੀ ਹੋਣੀ ਨਹੀਂ ਚਾਹੀਦੀ। ਜਿਹਦੀ ਹੈਗੀ ਆ ਉਹਨੂੰ ਲਾਹਨਤ ਭੇਜਣੀ ਬਣਦੀ ਹੈ ਜੀ। ਐਂਟੀ ਫਰਾਡ ਸੈਂਟਰ ਵੇਟ ਕਰ ਰਿਹਾ ਜੀ ਵੀ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ CBSE ਦੀ ਜਿਹੜੀ ਗਲਤ ਈਮੇਲ ਭੈਣ ਭਰਾਵਾਂ ਨੂੰ ਆਵੇ ਤਾਂ ਫਾਰਵਰਡ ਕੀਤੀ ਜਾ ਸਕਦੀ ਹੈ। ਲੈਂਦੇ ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਗੱਲ ਪੁੱਛਣੀ ਜੌਹਲ ਸਾਹਿਬ ਨੂੰ। 3 ਜਣੇ ਫੜੇ ਆ ਕਾਰ ਚੋਰੀ ਦੇ ਮਾਮਲੇ 'ਚ, 2 ਬਰੈਂਪਟਨ ਦੇ, ਕੈਨੇਡਨ ਦਾ। ਚੋਰੀ ਦੀ ਕਾਰ ਸੀਗੀ ਤੇ 401 ਤੇ ਤੇਲ ਮੁੱਕ ਗਿਆ ਸੀ। 2 ਜਣੇ ਧੱਕਾ ਲਾਉਂਦੇ, ਇੱਕ ਵਿੱਚ ਵੜਿਆ ਸੀ, ਉਹ ਪੁਲਿਸ ਨੇ ਫੜਿਆ। ਉਹਦੇ ਬਾਰੇ ਕੋਈ ਅਪਡੇਟ ਹੈਗੀ ਜੌਹਲ ਸਾਹਿਬ ਕੋਲੇ? ਬਸ ਮੈਂ ਤਾਂ ਇੰਨਾ ਹੀ ਪੁੱਛਣਾ ਸੀ, ਬਾਕੀ ਚੜ੍ਹਦੀ ਕਲਾ 'ਚ ਰਹੋ ਜੀ। ਥੈਂਕ ਯੂ ਸੋ ਮਚ। ਧੰਨਵਾਦ ਜੀ ਸਿੱਧੂ ਸਾਹਿਬ। ਅਜੇ ਅਪਡੇਟ ਇਹੀ ਆ ਵੀ ਫੜੇ ਉਹ ਹੋਏ ਆ ਤੇ ਪੁੱਛਗਿੱਛ ਜਾਰੀ ਹੈ। ਚੋਰੀ ਦੀਆਂ ਕਾਰਾਂ ਦੇ ਜਿਹੜੇ ਸ਼ਰੀਅੰਤਰ ਆ, ਤੁਹਾਨੂੰ ਪਤਾ ਜੀ ਇੱਥੇ GTA ਦੇ ਵਿੱਚ ਹੀ ਨਹੀਂ ਪੂਰੇ ਕੈਨੇਡਾ ਦੇ ਵਿੱਚ ਇਹ ਘੜੇ ਜਾਂਦੇ ਆ ਤਰ੍ਹਾਂ ਦੇ ਗੱਡੀਆਂ ਜਿਹੜੀਆਂ। ਤਦੇ ਅੱਜ ਕੱਲ੍ਹ ਪੁਲਿਸ ਕਹਿੰਦੀ ਆ ਵੀ ਤੁਸੀਂ ਇਹ, ਕਿਉਂਕਿ ਸਰਦੀ ਦੀ ਰੁੱਤ ਵਿੱਚ ਹੁੰਦਾ ਵੀ ਅਸੀਂ ਸਟਾਰਟ ਕਰਕੇ ਗਰਮ ਕਰ ਰਹੇ ਹਾਂ ਜੀ, ਹਨਾ। ਗਰਮ ਕਰਕੇ ਫਿਰ ਚਾਹ ਪੀਣ ਚੱਲ ਗਿਆ ਜੀ ਅੰਦਰ, ਹਨਾ। ਉਹਨੇ ਚਿਰ ਨੂੰ ਜਾਣੀ ਉਹ ਗੱਡੀ ਭਜਾ ਕੇ ਲੈ ਗਏ। ਸੋ ਇਸ ਕਰਕੇ ਤਦ ਕਰਕੇ ਇਹ ਅੱਜ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਪੁਲਿਸ ਅੱਜ ਕੱਲ੍ਹ ਇਹ ਖਬਰਦਾਰ ਕਰਦੀ ਸਰਦੀਆਂ ਦੇ ਵਿੱਚ। ਫਿਰ ਆਪਾਂ ਹਰ ਸਾਲ ਅਰਸ਼ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਇਹ ਗੱਡੀਆਂ ਨਵੀਂ ਟੈਕਨੋਲੋਜੀ ਦੀਆਂ ਆ ਚੁੱਕੀਆਂ ਆ, ਬਿਲਕੁਲ ਇਹਨਾਂ ਨੂੰ ਹਰਗਿਜ਼ ਬਿਲਕੁਲ ਨਹੀਂ ਤੁਹਾਨੂੰ ਗਰਮ ਕਰਨ ਦੀ ਲੋੜ। ਪਹਿਲਿਆਂ ਸਮਿਆਂ 'ਚ ਡੀਜ਼ਲ ਦੀਆਂ ਗੱਡੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਪੁਰਾਣੇ ਮਾਡਲਸ ਦੀਆਂ ਸੀਗੀਆਂ, ਉਹਨਾਂ ਨੂੰ ਕਿਤੇ ਲੋੜ ਹੁੰਦੀ ਹੋਊਗੀ। ਪਰ ਹੁਣ ਪਿਛਲੇ 2 ਦਹਾਕਿਆਂ ਤੋਂ ਜਿਹੜੀਆਂ ਗੱਡੀਆਂ 20 ਸਾਲਾਂ ਤੋਂ ਆ ਰਹੀਆਂ, ਉਹਨਾਂ ਨੂੰ ਬਿਲਕੁਲ ਗਰਮ ਕਰਨ ਦਾ ਡਰਾਮਾ ਕਰਨ ਦੀ ਲੋੜ ਕੋਈ ਨਹੀਂ। ਜਸਟ ਸਟਾਰਟ ਐਂਡ ਮੂਵ। ਬਿਲਕੁਲ ਜੀ, ਕਾਫੀ ਟੈਕਨੋਲੋਜੀ ਵਧ ਗਈ। ਜਿਹੜੀ ਗੱਡੀ ਨੇ ਆਪਣੇ ਆਪ ਹੀ ਉਹਨੇ ਟੈਂਪਰੇਚਰ ਜਿਹੜਾ ਉਹ ਸੈੱਟ ਕਰ ਲੈਣਾ ਤੇ ਉਹਨੇ ਗਰਮ ਹੋ ਜਾਣਾ ਹੈ। ਸੋ ਸਟਾਰਟ ਕਰਕੇ ਖੜੀ ਕਰਨਾ ਇਹ ਵਾਕਈ ਫਿਰ ਇਹ ਤੇ এনवायरमेंट ਅਸੀਂ ਹਵਾ ਵੀ ਖਰਾਬ ਕਰਦੇ ਹਾਂ ਤੇ ਆਪਣੇ ਆ ਜਿਹੜਾ ਗੱਡੀ ਨੂੰ ਵੀ ਰਿਸਕ ਦੇ ਵਿੱਚ ਪਾਉਂਦੇ ਹਾਂ। ਸੋ ਉਸ ਦੀ ਲੋੜ ਕੋਈ ਨਹੀਂ। ਸੋ ਇਸ ਕਰਕੇ ਇਸ ਤਰੀਕੇ ਦੇ ਨਾਲ ਤੇ ਵੱਖ-ਵੱਖ ਹੋਰ ਢੰਗਾਂ ਦੇ ਨਾਲ ਸਾਰਾ ਸਾਲ ਇੱਥੇ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਰਹਿੰਦੀਆਂ। ਆਮ ਤੌਰ ਤੇ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਦੱਸਿਆ
ਵੀ ਇਹ ਵਾਰਦਾਤਾਂ ਜਿਹੜੀਆਂ ਹੁੰਦੀਆਂ ਚੋਰੀ ਦੀਆਂ ਗੱਡੀਆਂ ਦੇ ਵਿੱਚ ਹੁੰਦੀਆਂ, ਸੋ ਗੱਡੀ ਖਰਾਬ ਹੋ ਗਈ ਤੇ ਉਹਨੂੰ ਧੱਕਾ ਲਾਇਆ ਜਾ ਰਿਹਾ ਕਿਉਂਕਿ ਹੈਲਪ ਤੇ ਕਾਲ ਨਹੀਂ ਨਾ ਕੀਤੀ ਜਾ ਸਕਦੀ, ਚੋਰੀ ਦੀ ਗੱਡੀ ਹੈ। ਸੋ ਚੋਰਾਂ ਨੂੰ ਆਮ ਤੌਰ ਤੇ ਜਿਸ ਵੇਲੇ ਟ੍ਰੈਫਿਕ ਸਟਾਪ ਹੁੰਦਾ ਨਾ ਅਰਸ਼, ਆਪਾਂ ਦੇਖਦੇ ਹਾਂ ਵੀ ਉਹਦੇ ਵਿੱਚੋਂ ਜੀ ਵੈਪਨ ਰਿਕਵਰੀ ਹੋਈ ਆ, ਉਹਦੇ ਵਿੱਚੋਂ ਜੀ ਨਸ਼ੇ ਫੜ ਹੋ ਗਏ ਆ। ਸੋ ਇਸ ਤਰੀਕੇ ਦੇ ਨਾਲ ਇਹ ਆ ਜਿਹੜੇ ਚੋਰ ਚੋਰਨੀਆਂ ਜਾਣੀ ਇਹਨਾਂ ਨੂੰ ਫੜ ਹੋਣ ਦਾ ਹੀ ਸਭ ਤੋਂ ਵੱਡਾ ਖਤਰਾ ਹੁੰਦਾ ਹੈ, ਤੇ ਤਦ ਕਰਕੇ ਇਹ ਆ ਜੀ ਵੀ ਬਾਈ ਚਾਂਸ ਹੀ ਕਾਬੂ ਆ ਗਏ। ਈ ਬਾਬਾ ਮੈਨੇਜਮੈਂਟ ਵੱਲੋਂ ਸਾਨੂੰ ਇੱਕ ਸੂਚਨਾ ਆਈ ਹੈ ਕਿ ਤੁਸੀਂ ਅਗਰ ਈ ਬਾਬਾ ਡਾਊਨਲੋਡ ਕੀਤਾ ਹੈ ਤਾਂ iOS ਜਿਹਨੂੰ ਐਪਲ ਦਾ ਕਹਿੰਦੇ iOS ਦੇ ਨਵੇਂ ਅਪਡੇਟ ਆਏ ਨੇ, ਤੁਸੀਂ ਪਲੀਜ਼ ਉਸ ਨੂੰ ਅਪਡੇਟ ਕੀਤਾ ਜਾਵੇ ਤੇ ਵੱਖ-ਵੱਖ ਵਧੀਆ ਹੋਰ ਚੈਨਲਸ ਐਡ ਕੀਤੇ ਗਏ ਨੇ, ਪੂਰਾ ਇੰਟਰਫੇਸ ਚੇਂਜ ਕੀਤਾ ਗਿਆ ਹੈ। ਸੋ ਈ ਬਾਬਾ ਵੱਲੋਂ ਇਹ ਇੱਕ ਸੂਚਨਾ ਹੈ, ਤੁਸੀਂ ਅਗਰ ਈ ਬਾਬਾ ਡਾਊਨਲੋਡ ਕੀਤਾ ਹੈ ਤਾਂ iOS ਤੇ ਤੁਸੀਂ ਅਪਡੇਟ ਕਰ ਸਕਦੇ ਹੋ। ਲੈਂਦੇ ਨੈਕਸਟ ਕਾਲ ਆਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਦੋਨਾਂ ਬਾਈਆਂ ਨੂੰ ਜੀ। ਗੱਲ ਆ ਭਾਈ, ਥੈਂਕ ਯੂ ਸੋ ਮਚ। ਮੈਂ ਬਾਈ ਸਤਪਾਲ ਜੌਲ ਨੂੰ ਪੁੱਛਣਾ ਸੀ, ਮੇਰੇ ਕੋਲ ਤਾਂ ਪੁਰਾਣੇ ਮਾਡਲ ਦੇ ਪਿੱਕੇ ਆ, ਉਹਨਾਂ 'ਚ ਸਟਾਰਟਰ ਲੱਗੇ ਆ ਤੇ ਗਰਮ ਤਾਂ ਮੈਂ ਵੀ ਕਰਦਾ ਰਹਿੰਦਾ ਹੈਗਾ, ਤੇ ਪਰ ਲੋਕ ਲੱਗ ਜਾਂਦੇ ਤੇ ਫਿਰ ਵੀ ਭਜਾ ਲੈਣਗੇ ਉਹ। ਤੇ ਇੱਕ ਮੌਂਟਰੀਅਲ ਦਾ ਪਤਾ ਕਰਨਾ ਸੀ, ਉਹ ਕਾਲਜ ਦੇ ਵਿੱਚ ਮੁੰਡੇ ਕੁੜੀਆਂ ਵੀ ਉਹ ਸੱਚੀ ਗੱਲ ਆ ਜੀ, ਉਹਨਾਂ ਦੇ ਉਹ ਕਰ ਲਏ ਲਾਇਸੈਂਸ ਰੱਦ, ਤੇ ਉਹ ਇੰਨੇ ਮੁੰਡੇ ਕੁੜੀਆਂ ਕਿੱਧਰ ਜਾਣਗੇ ਜੀ, ਇਹਦੇ ਬਾਰੇ ਚਾਨਣਾ ਪਾਉਣ ਤੇ ਯੂ ਮੀਨ ਤੁਸੀਂ ਕਹਿ ਰਹੇ ਹੋ ਸਟੂਡੈਂਟ ਵੀ, ਜਿਹੜੇ ਸਟੂਡੈਂਟ ਵਾਲੇ ਬੱਚੇ ਸਾਰੇ ਉਹ? ਹਾਂਜੀ ਮੌਂਟਰੀਅਲ ਦੇ ਵਿੱਚ। ਹਾਂਜੀ, ਉਹ ਗੱਲ ਸੱਚੀ ਹੈ ਜੀ। ਹਾਂਜੀ ਜੀ ਜੌਲ ਸਾਹਿਬ, ਓਕੇ, ਪਤਾ ਕਰਕੇ ਦੱਸੋ ਜੀ, ਬਹੁਤ ਸੋਹਣਾ ਪ੍ਰੋਗਰਾਮ ਜਾ ਰਿਹਾ ਜੀ। ਜੀ ਥੈਂਕ ਯੂ ਸੋ ਮਚ ਜੀ। ਜੌਲ ਸਾਹਿਬ, ਕਾਲਾ ਜੀ ਕਮਿਆਣੀ ਹੈ ਜੀ, ਪ੍ਰੋਗਰਾਮ ਮਿਸ ਕਰਕੇ ਲੱਗਦਾ ਆਪਾਂ ਡਿਟੇਲ ਚ। ਹਾਂਜੀ ਦੱਸਿਆ ਸੀ, ਲਾਸਟ ਵੀਕ ਦੱਸਿਆ ਸੀ ਗੱਲ ਜੀ। ਨਹੀਂ ਹੋਈ ਉਹ ਗੱਲ ਸੱਚੀ ਹੈ ਜੀ, ਉਹ ਹੋ ਰਿਹਾ, ਬਟ ਦੇ ਆਰ ਵਰਕਿੰਗ ਔਨ ਇਟ। ਪਰ ਆ ਗੱਡੀ ਵਾਲੀ ਗੱਲ ਜੌਲ ਸਾਹਿਬ, ਇਹ ਵੀ ਹਾਂ ਦੇਖੋ, ਜੇ ਤੁਸੀਂ ਸਟਾਰਟ ਕਰਕੇ ਲੋਕ ਵੀ ਲਾ ਕੇ ਚਲ ਗਏ ਨਾ, ਫਿਰ ਤਾਂ ਕੋਈ ਡਰ ਹੀ ਨਹੀਂ। ਜਦੋਂ ਤੁਸੀਂ ਗੱਡੀ ਬਾਹਰ ਆਪਣੇ ਡਰਾਈਵ ਵਿੱਚ ਲਾ ਕੇ ਚਲ ਗਏ ਆਪਣੇ ਘਰ ਦੇ ਅੰਦਰ ਤੇ ਚਾਬੀ ਲਾਤੀ ਤੁਸੀਂ ਅੰਦਰ ਕਿਤੇ, ਤੇ ਉਹਨਾਂ ਕੋਲ ਡਿਵਾਈਸਿਸ ਹੈਗੀਆਂ ਵੀ ਉਹ ਕਾਪੀ ਕਰ ਲੈਂਦੇ ਆ। ਜੀ 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 ਬਿਲਕੁਲ। ਸੋ ਉਹਨਾਂ ਕੋਲ ਤਰ੍ਹਾਂ ਦੀਆਂ ਡਿਵਾਈਸਿਸ ਆ ਵੀ ਜੀ, ਮਤਲਬ ਟੈਕਨੋਲੋਜੀ ਅੱਗੇ ਵਧੀ ਆ, ਕੰਪਿਊਟਰ ਦੀ ਉਹਦੇ ਅਨੁਸਾਰ ਗੱਡੀਆਂ ਬਣਨੀਆਂ ਸ਼ੁਰੂ ਹੋਈਆਂ, ਤੇ ਚੋਰ ਚੱਕੇ ਠੱਗ ਠੱਗਣੀਆਂ ਵੀ ਉਦਾਂ ਹੀ ਜਾਂ ਆਪਣੇ ਆਪ ਨੂੰ ਅਪਡੇਟ ਕਰਦੇ ਆ ਤੇ ਕਰਦੀਆਂ ਆ ਜੀ। ਸੋ ਤਦ ਕਰਕੇ ਇਹ ਆ ਜੀ ਵੀ ਗੱਡੀ ਗਰਮ ਕਰਨ ਦੀ ਹੀ ਲੋੜ ਨਹੀਂ। ਪੁਰਾਣਾ ਹੀ ਭਾਵੇਂ ਤੁਹਾਡੇ ਕੋਲ ਪਿੱਕਾ ਕਿੰਨਾ ਕੁ ਪੁਰਾਣਾ ਹੋਊਗਾ, 20 ਸਾਲ ਤੋਂ ਵੱਧ ਪੁਰਾਣਾ ਤਾਂ ਨਹੀਂ ਨਾ, ਡੀਜ਼ਲ ਤੇ ਤਾਂ ਨਹੀਂ ਨਾ ਚੱਲਦਾ। ਸੋ ਜਿਸ ਕਰਕੇ ਵੀ ਇਹ ਅਨਲੀਡਡ ਗੈਸ ਜਿਹਨਾਂ ਗੱਡੀਆਂ ਦੇ ਵਿੱਚ ਪੈਂਦੀ ਆ, ਮੀਨਸ ਵੀ ਉਹਨਾਂ ਨੂੰ ਵਾਰਮ ਅਪ ਕਰਨ ਦੀ ਲੋੜ ਨਹੀਂ। ਸਿੰਪਲ ਇਜ਼ ਦੈਟ, ਹੈ ਨਾ। ਸੋ ਤਦ ਕਰਕੇ ਵੀ ਅੱਜ ਕੱਲ੍ਹ ਗੱਡੀਆਂ ਨੂੰ ਉਦੋਂ ਦੀਆਂ ਤੇ ਅਸੀਂ ਚਲਾ ਕੇ ਨਹੀਂ ਦੇਖਿਆ ਵੀ ਕਿੰਨੀ ਕੁ ਲੋੜ ਹੁੰਦੀ ਹੋਊਗੀ, ਪਰ ਅੱਜ ਵੀ ਜੇ ਪੀੜ੍ਹੀ ਦਰ ਪੀੜ੍ਹੀ ਗੱਲ ਅੱਗੇ ਦਿਮਾਗਾਂ ਦੇ ਵਿੱਚ ਪਈ ਹੋਈ ਆ ਵੀ ਗੱਡੀ ਗਰਮ ਕਰਨੀ ਆ ਸਟਾਰਟ ਕਰਕੇ, ਤੇ ਦੈਟ ਡਜ਼ ਨਾਟ ਮੈਚ ਟੂ ਦਾ ਸਿਚੁਏਸ਼ਨ। ਜੀ ਜੌਲ ਸਾਹਿਬ, 5 ਮਿੰਟ ਰਹਿ ਗਏ ਨੇ ਸਾਡੇ ਕੋਲ, ਫਟਾਫਟ ਨਿਊਜ਼ ਕਵਰ ਕਰ ਲਈ। ਸਭ ਤੋਂ ਵੱਡੀ ਜਿਹੜੀ CRA ਦੀ ਗੱਲ ਹੈ ਜੀ, CRA ਇਹ ਨਾਂ ਤੋਂ ਹੀ ਬੰਦਾ ਡਰ ਜਾਂਦਾ, ਪਰ ਜੇ ਤੁਸੀਂ ਸੱਚੇ ਹੋ ਤਾਂ ਫਿਰ ਨਾ ਡਰਿਓ। CRA ਜਿਸ ਦੀ CERB ਜਿਹੜੇ ਰੈਸਿਪੀਐਂਟਸ ਨੇ, ਜਿੱਦਾਂ ਜਿਸ ਤੁਸੀਂ $2,000 ਲਿੱਤੇ ਸੀ ਉਦੋਂ, ਉਹਦੇ ਪਿੱਛੇ ਹਾਲੇ ਵੀ ਸਰਕਾਰ ਪਈ ਹੋਈ ਹੈ। ਕਾਫੀ ਵੱਡੀ ਤਾਦਾਦ ਦੇ ਵਿੱਚ ਹਾਲੇ ਤੱਕ ਜਿਨ੍ਹਾਂ ਨੇ ਨਹੀਂ ਰਿਟਰਨ ਕੀਤੇ, ਤੁਹਾਨੂੰ ਇੱਕ ਚਿੱਠੀ ਵੀ ਆਈ ਹੋਣੀ ਆ, ਤੁਸੀਂ ਆਪਣੇ ਅਕਾਊਂਟੈਂਟ ਤੋਂ ਵੀ ਪੁੱਛ ਸਕਦੇ ਹੋ, ਪਰੰਤੂ ਇਹ ਵੀ ਇੱਕ ਬਹੁਤ ਵੱਡਾ ਮਸਲਾ ਜੀ, ਮਿਲੀਅਨਸ ਆਫ ਡਾਲਰਸ ਗਏ ਨੇ ਜੀ। ਜੀ ਯੈਸ ਅਰਸ਼, ਇਸ ਤਰ੍ਹਾਂ ਤੇ ਤੁਹਾਨੂੰ ਪਤਾ ਵੀ ਬਰੈਂਪਟਨ ਮੋਰੀ ਸੀਗਾ ਹਨਾ, ਜਦੋਂ CERB ਸ਼ੁਰੂ ਹੋਇਆ ਪਿਛਲੇ ਸਾਲ, ਕਹਿ ਲਓ ਕਿ 2020 ਦੇ ਵਿੱਚ ਅਪ੍ਰੈਲ ਦੇ ਵਿੱਚ 20% ਤੋਂ ਦੇ ਆਸ-ਪਾਸ ਜਿਹੜੇ ਜਾਣੀ ਕਿ ਲੋਕਾਂ ਨੇ ਇੱਥੇ CERB ਕਲੇਮ ਕੀਤਾ ਸੀਗਾ ਬਰੈਂਪਟਨ ਸਿਟੀ ਦੇ ਵਿੱਚ। ਹਾਲੇ ਕਿ ਦੇਖੋ ਵੀ ਕਿੰਨੇ ਅਸੈਂਸ਼ੀਅਲ ਸਰਵਿਸ ਆਪਾਂ ਕਹਿੰਦੇ ਵੀ ਸਾਰੇ ਇੱਥੇ ਡਰਾਈਵਰ ਵੱਡੀ ਤਾਦਾਦ ਦੇ ਵਿੱਚ ਕਮਿਊਨਿਟੀ ਆ ਜਿਹੜੇ ਕਿ ਆਉਂਦੇ ਜਾਂਦੇ ਰਹੇ ਕੰਮਾਂ ਤੇ, ਜਾਂ ਫਿਰ ਜਿਹੜੇ ਆ ਹੈਲਥ ਕੇਅਰ ਦੇ ਵਿੱਚ ਨਰਸਿੰਗ ਜਾਂ ਅਦਰਵਾਈਜ਼ ਪ੍ਰੋਫੈਸ਼ਨਸ ਹੈਗੇ ਆ, ਜਾਂ ਮਤਲਬ ਕਾਫੀ ਅਸੈਂਸ਼ੀਅਲ ਵਰਕਰ ਜਿਹੜੇ ਆ ਵੀ ਉਹਨਾਂ ਦੀ ਕਮਿਊਨਿਟੀ ਇੱਥੇ ਬਰੈਂਪਟਨ ਦੇ ਵਿੱਚ ਬੜੀ ਸਟਰੋਂਗ ਆ, CBSA ਦੀ ਵੀ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਫਿਰ ਵੀ ਇਹਦੇ ਬਾਵਜੂਦ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਬਰੈਂਪਟਨ ਦੇ ਵਿੱਚ ਵੀ ਜਾਂ ਸਰੀ ਦੇ ਵਿੱਚ ਵੀ ਹੋਰ ਸ਼ਹਿਰਾਂ ਦੇ ਵਿੱਚ ਵੀ ਜਾਣੀ ਜਿਹੜੀ ਇਹ ਕਲੇਮੈਂਟਸ ਸੀਗੇ CERB ਦੇ ਜ਼ਿਕਰਯੋਗ ਵੱਡੀ ਗਿਣਤੀ ਦੇ ਵਿੱਚ ਸੀਗੇ। ਇਹਨਾਂ ਨੂੰ ਫਿਰ 4,40,000 ਦੇ ਕਰੀਬ ਤੇ ਚਿੱਠੀਆਂ ਪਹਿਲੇ ਗੇੜ ਦੇ ਵਿੱਚ ਆ ਚੁੱਕੀਆਂ, ਜਿਨ੍ਹਾਂ ਨੂੰ ਕਿ CRB ਨੂੰ ਲੱਗਿਆ ਸੀਗਾ ਵੀ CRA ਨੂੰ ਵੀ ਇਹਨਾਂ ਨੇ ਗਲਤ ਕਲੇਮ ਕੀਤਾ ਤੇ ਇਹਨਾਂ ਦੇ ਕੋਲ ਹੋਰ ਕਲੈਰੀਫਿਕੇਸ਼ਨ ਦੀ ਜਾਂ ਰੀਫੰਡ ਇਹਨਾਂ ਨੂੰ ਕਰਨ ਦੀ ਲੋੜ ਆ ਜੀ। ਅੱਜ ਤੋਂ ਹੀ ਲੇਕਿਨ ਕਿ ਉਹ ਹੋਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਰਹੇ ਆ CERB ਦੇ ਉਹ ਕਲੇਮੈਂਟਸ ਜਿਹੜੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਇਨਫੋਰਮੇਸ਼ਨ ਠੀਕ ਨਹੀਂ ਆ, ਵੀ ਐਲੀਜੀਬਿਲਿਟੀ ਦੀ ਜਿਸ ਤਰੀਕੇ ਦੇ ਨਾਲ ਜਾਣੀ ਕਿ ਕਲਿੱਕ ਕਰਕੇ ਕੰਪਿਊਟਰਾਂ ਤੇ ਜਾਣੀ ਉਹਨੂੰ ਕੀਤਾ ਗਿਆ ਕਲੇਮ ਵੀ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ। ਸੋ ਉਹ ਵੈਰੀਫਿਕੇਸ਼ਨ ਲਈ ਚਿੱਠੀਆਂ ਜਿਹੜੀਆਂ ਉਹ ਪਾ ਰਹੇ ਆ ਔਨ ਦਾ ਰੈਕਡ, ਉਹਨਾਂ ਦੇ ਰੈਕਡ ਤੇ ਤਾਂ ਜਾਣੀ ਉਹ ਬਣਿਆ ਹੀ ਰਹਿਣਾ ਨਾ ਅਕਾਊਂਟ ਦੇ ਵਿੱਚ ਵੀ ਉਹ ਦੇਣਦਾਰੀ ਉਹਨਾਂ ਦੀ ਹੈਗੀ ਆ, ਜੇ ਐਲੀਜੀਬਲ ਨਾ ਹੋਏ ਤਾਂ ਜੀ। ਉਹ ਚਿੱਠੀ ਦੇ ਅਨੁਸਾਰ ਅਰਸ਼ ਉਹਨਾਂ ਦੇ ਕੋਲ 45 ਦਿਨ ਦਾ ਸਮਾਂ ਦੇਣਾ ਉਹਨਾਂ ਨੇ ਵੀ ਸਾਡੇ ਨਾਲ ਕੰਟੈਕਟ ਕਰੋ, ਸਾਨੂੰ ਦੱਸੋ ਵੀ ਤੁਸੀਂ CERB ਜਿਹੜੀ ਉਹ ਲਈ ਆ ਉਦੋਂ ਕਲੇਮ ਕੀਤਾ ਹਾਂਜੀ ਕੈਨੇਡਾ ਐਮਰਜੈਂਸੀ ਰਿਕਵਰੀ ਬੈਨੀਫਿਟ, ਵੀ ਉਹਦੇ ਲਈ ਐਲੀਜੀਬਲ ਕਿੱਦਾਂ ਸੀਗੇ, ਕਿਉਂਕਿ ਇਹ ਚਿੱਠੀਆਂ ਉਹਨਾਂ ਨੂੰ ਹੀ ਆਉਣੀਆਂ ਆ ਜਿਨ੍ਹਾਂ ਦੇ ਬਾਰੇ 'ਚ CRA ਕੋਲ ਆਲਰੇਡੀ ਇਨਫੋਰਮੇਸ਼ਨ ਪਹੁੰਚੀ ਹੋਈ ਆ ਅਰਸ਼, ਪਹੁੰਚੀ ਹੋਈ ਆ ਕਿ ਭਈ ਇਹਨਾਂ ਨੇ CERB ਵੀ ਕਲੇਮ ਕੀਤਾ
ਨਾਲ ਇਹਨਾਂ ਦੀ ਇਨਕਮ ਵੀ ਅਰਨ ਕਰਦੀਆਂ ਰਹੀਆਂ ਹਨਾ, ਵੀ ਕੰਮਕਾਰਾਂ ਤੇ ਵੀ ਜਾਂਦੀਆਂ ਰਹੀਆਂ, ਨਾਲ CERB ਵੀ ਕਲੇਮ ਕਰ ਲਈ। ਵਾਓ। ਉਹ ਇਨਫੋਰਮੇਸ਼ਨ CRA ਕੋਲ ਆਲਰੇਡੀ ਹੈਗੀ ਆ, ਸੋ ਹੋ ਸਕਦਾ ਬਹੁਤਾ ਡਰਾਮਾ ਜਾਨੀ ਚੱਲ ਨਾ ਸਕੇ ਹੁਣ ਵੀ ਐਂ ਸੀ ਤੇ ਇਉਂ ਸੀ। ਸੋ ਤਦ ਕਰਕੇ ਇਹ ਆ ਵੀ CRB ਇਹ ਜਿਹੜੀ ਰਿਫੰਡ ਵਾਸਤੇ ਚਿੱਠੀ ਆਉਣੀ ਉਹਨੂੰ ਆ ਜਿਹਦੇ ਬਾਰੇ ਚ ਉਹਨਾਂ ਕੋਲ ਆਲਰੇਡੀ ਇਨਫੋਰਮੇਸ਼ਨ ਆ ਵੀ ਕਿਤੇ ਨਾ ਕਿਤੇ ਮਾਮਲਾ ਗੜਬੜ ਹੈ ਜੀ। ਕੁੱਲ ਮਿਲਾ ਕੇ ਇਹ ਆ ਜੀ ਵੀ ਇਹ ਜੇ ਰਿਫੰਡ ਕਰਨੀ ਪਈ ਤੇ ਉਹਦੇ ਵਾਸਤੇ ਉਹਨਾਂ ਨੇ ਫਲੈਕਸੀਬਲ ਰੀਪੇਮੈਂਟ ਪ੍ਰੋਗਰਾਮ ਜਿਹੜਾ ਉਹ ਬਣਾ ਦੇਣਾ। ਇੱਕਦਮ ਨਹੀਂ ਉਹਨਾਂ ਨੇ ਕਹਿਣਾ ਵੀ ਅੱਜ ਹੀ ਸਾਰਾ ਦਿਓ, ਜਿਸ ਤਰ੍ਹਾਂ ਠੱਗੀਆਂ ਫੋਨ ਕਰਕੇ ਉਹ ਫਰਾਡ ਕਾਲਰ ਕਹਿੰਦੇ ਹੁੰਦੇ ਨਾ ਵੀ ਅੱਜ ਹੀ ਦਿਓ ਜੀ, ਹੁਣੇ ਹੀ ਦਿਓ ਜੀ, ਏਦਾਂ ਕਰੋ। ਉਹ CRA ਦਾ ਏਦਾਂ ਕੰਮ ਨਹੀਂ ਚੱਲਦਾ ਇਸ ਮੁਲਕ ਦੇ ਵਿੱਚ ਜੀ। ਜਾਣੀ ਕਿ ਫਲੈਕਸੀਬਲ ਰੀਪੇਮੈਂਟ ਪ੍ਰੋਗਰਾਮ ਬਣਾ ਦੇਣਗੇ। ਸੋ ਕੁੱਲ ਮਿਲਾ ਕੇ ਜਾਣੀ ਕਿ ਵੱਡੀ ਤਾਦਾਦ ਵਿੱਚ ਚਿੱਠੀਆਂ ਜਿਹੜੀਆਂ ਅੱਜ ਤੋਂ ਦੇਸ਼ ਭਰ ਦੇ ਵਿੱਚ ਜਾਣੀਆਂ ਸ਼ੁਰੂ ਹੋ ਰਹੀਆਂ, ਜਿਨ੍ਹਾਂ ਨੇ ਕਿ CERB ਕਲੇਮ ਕੀਤਾ 2020 ਦੇ ਵਿੱਚ 2021 ਦੇ ਵਿੱਚ, ਪਰ ਉਹ ਇਹਦੇ ਲਈ ਐਲੀਜੀਬਲ ਨਹੀਂ ਸੀਗੇ। ਜੋਲ ਸਾਹਿਬ ਕੁਇਕਲੀ ਵਾਈਂਡ ਅਪ ਕਰਦੇ हैं जी। एक काफ़ी अहम खबर या सूचना कह लो या अवेयरनेस ही कह लो, OCI एप्लीकेंट्स ਜਿਹੜੇ ਨੇ ਉਹ ਕੰਟੀਨਿਊ ਟੂ ਫੇਸ ਕਰ ਰਹੇ ਨੇ ਜੀ ਸਰੈਂਡਰ ਸਰਟੀਫਿਕੇਟ ਇਸ਼ੂ ਵਿਦ BLS ਆਫਿਸ ਬਰੈਂਪਟਨ ਦੇ ਵਿੱਚ। ਇਹਦੀ ਜਾਣਕਾਰੀ ਫਟਾਫਟ ਦੇ ਸਕਦੇ ਹੋ ਤਾਂ। ਹਾਂਜੀ ਅਰਸ਼ੇ, ਆਪਾਂ ਨਾ 5 ਜਨਵਰੀ ਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਦੱਸੀ ਸੀ ਸਿਚੁਏਸ਼ਨ ਵੀ OCI ਦੇ ਸਿਲਸਿਲੇ ਦੇ ਵਿੱਚ ਜਿਹਨਾਂ ਕੋਲ ਪੁਰਾਣਾ ਕੈਂਸਲ ਕੀਤਾ ਹੋਇਆ ਪਾਸਪੋਰਟ ਹੈ ਵੀ ਉਹਨਾਂ ਨੂੰ ਸਰੈਂਡਰ ਸਰਟੀਫਿਕੇਟ ਦੀ ਲੋੜ ਨਹੀਂ। ਆਪਾਂ ਇਹ ਬਕਾਇਦਾ ਤੌਰ ਤੇ ਕੌਂਸਲੇਟ ਜਨਰਲ ਦੇ ਅਫੀਸ਼ੀਅਲਸ ਦੇ ਨਾਲ ਗੱਲ ਕਰਕੇ ਇਹ ਇਨਫੋਰਮੇਸ਼ਨ ਸਾਂਝੀ ਕੀਤੀ ਸੀਗੀ, ਪਰ ਕਿਤੇ ਨਾ ਕਿਤੇ ਇਹ ਗੈਪ ਹੈਗਾ ਆ ਬਿਟਵੀਨ ਕੌਂਸਲੇਟ ਜਨਰਲ ਟੋਰਾਂਟੋ ਤੇ BLS ਆਫਿਸ ਆ ਬਰੈਂਪਟਨ ਦੇ ਵਿੱਚ। ਜਦੋਂ ਇੱਥੇ ਐਪਲੀਕੈਂਟ ਜਾਂਦੇ ਆ ਉਹਨਾਂ ਨੂੰ ਡਿਫਰੈਂਟਲੀ ਟਰੀਟ ਕੀਤਾ ਜਾਂਦਾ। ਉਹਨਾਂ ਦੀ ਐਪਲੀਕੇਸ਼ਨ ਹੀ ਦੇਖ ਕੇ ਕਹਿ ਦਿੱਤਾ ਜਾਂਦਾ ਵੀ ਇਹਦੇ ਵਿੱਚ ਸਰੈਂਡਰ ਸਰਟੀਫਿਕੇਟ ਨਹੀਂ ਹੈਗਾ ਤੇ ਜਾਓ ਸਰੈਂਡਰ ਸਰਟੀਫਿਕੇਟ ਲੈ ਕੇ ਆਓ। ਜੇ ਉਹ ਕਹਿੰਦੇ ਆ ਵੀ ਪਾਸਪੋਰਟ ਸਾਡਾ ਸਰੈਂਡਰ ਸਰਟੀਫਿਕੇਟ ਜਦੋਂ ਰਜੀਮ ਸ਼ੁਰੂ ਹੋਈ ਉਹ ਤੋਂ ਪਹਿਲਾਂ ਦਾ ਹੀ ਕੈਂਸਲ ਹੋਇਆ, ਪੁਰਾਣਾ ਵੀ ਸਾਨੂੰ ਲੋੜ ਨਹੀਂ ਹੈਗੀ, ਤੇ BLS ਦੇ ਅਫੀਸ਼ੀਅਲ ਸਾਨੂੰ ਲੋਕਾਂ ਤੋਂ ਮਿਲ ਰਹੀ ਜਾਣਕਾਰੀ ਦੇ ਮੁਤਾਬਕ ਏਦਾਂ ਆ ਵੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਇਹ ਜਿਹੜੇ ਪੁਰਾਣੇ ਪਹਿਲਾਂ ਦੇ ਲੋਕ ਇੱਥੇ ਆ ਕੇ ਸਿਟੀਜ਼ਨਸ਼ਿਪਾਂ ਲਈਆਂ ਆ ਸਰੈਂਡਰ ਸਰਟੀਫਿਕੇਟ ਦੇ ਸਿਸਟਮ ਤੋਂ ਪਹਿਲਾਂ ਵੀ ਉਹਨਾਂ ਨੂੰ ਨਹੀਂ ਇਹਦੀ ਲੋੜ ਹੈਗੀ, ਉਹ ਮੋੜੀ ਜਾ ਰਿਹਾ। ਕਿਉਂਕਿ ਪਤਾ ਕੀ ਆ ਹੁਣ ਇਸ BLS ਜਾਂ ਸਾਰੇ ਆਪਾਂ ਦੇਖੋ ਇਹ ਵੀ ਇੰਡੀਆ ਤੋਂ ਆਏ ਹੋਏ ਲੋਕ ਹੈ, ਅਸੀਂ ਵੀ ਇੰਡੀਆ ਤੋਂ ਆਏ ਹੋਏ ਲੋਕ ਆ, ਸਾਡੇ ਦਿਮਾਗ ਇੱਕੋ ਤਰੀਕੇ ਨਾਲ ਕੰਮ ਕਰਦੇ ਆ। ਉੱਥੇ ਹੁਣ ਬਿਊਰੋਕ੍ਰੇਸੀ ਆਪਣੇ ਦੇਸ਼ ਵਿੱਚ ਇੱਦਾਂ ਚੱਲਦੀ ਆ ਵੀ ਜਿੱਦਾਂ ਕਿਸੇ ਆਏ ਹੋਏ ਐਪਲੀਕੈਂਟ ਨੂੰ ਜੇ ਉਹ 2-4 ਵਾਰੀ ਮੋੜਨ ਨਾ, ਉਹਨਾਂ ਨੂੰ ਖੱਜਲ ਨਾ ਕਰਨ, ਤੇ ਸ਼ਾਇਦ ਜਾਣੀ ਕਿ ਉਹਨਾਂ ਨੂੰ ਕੰਮ ਕਰਨਾ ਚੰਗਾ ਨਹੀਂ ਲੱਗਦਾ ਵੀ ਜੇ ਪਹਿਲੀ ਵਾਰੀ ਬੰਦਾ ਆ ਗਿਆ ਇਹਦਾ ਕੰਮ ਹੋ ਗਿਆ, ਇਹਨੇ ਸਮਝਣਾ ਵੀ ਇਹ ਕਿਹੜਾ ਕੰਮ ਸੀ ਹਨਾ ਜੀ। ਏਦਾਂ ਦੀ ਮਾਨਸਿਕਤਾ ਕੰਮ ਕਰਦੀ ਹੋਵੇ ਸ਼ਾਇਦ ਕਿਤੇ। ਸੋ ਫਿਰ ਜਦੋਂ ਲੋਕ ਵਿਚਾਰੇ ਉਹ ਜਾ ਕੇ ਘਰੇ ਦੁਬਾਰਾ ਸਰੈਂਡਰ ਸਰਟੀਫਿਕੇਟ ਲਈ ਐਪਲੀਕੇਸ਼ਨ ਭੇਜਦੇ ਆ, ਕੌਂਸਲੇਟ ਉਧਰੋਂ ਲਿਖ ਕੇ ਭੇਜ ਦਿੰਦਾ ਜੀ ਤੁਹਾਡਾ ਪੁਰਾਣਾ ਪਾਸਪੋਰਟ ਕੈਂਸਲ ਹੋਇਆ ਬਹੁਤ ਪਹਿਲਾਂ ਦਾ, ਤੁਹਾਨੂੰ ਉਹਦੀ ਲੋੜ ਨਹੀਂ ਹੈਗੀ। ਉਹ ਫਿਰ ਉੱਥੇ ਜਾਣੀ ਕਿ ਆ ਗਏ ਜਿੱਥੋਂ ਸ਼ੁਰੂ ਹੋਏ ਸੀਗੇ। ਸੋ ਤਦ ਕਰਕੇ ਤੁਹਾਡੇ ਡੈਡ ਨੂੰ ਵੀ ਇਹ ਸਿਚੁਏਸ਼ਨ ਦਾ ਸਾਰਾ ਪਤਾ ਜੀ। ਕਟਾਰੀਆ ਟੂਰਸ ਐਂਡ ਟਰੈਵਲ ਕੋਲ ਕਾਫੀ ਇਹਦੀ ਜਿਹੜੀ ਆ ਉਹ ਕੰਪਲੇਂਟਸ ਵੀ ਪਹੁੰਚ ਰਹੀਆਂ ਜਾਂ ਉਹਨਾਂ ਦੇ ਕਲਾਇੰਟਸ ਆ ਜਿਹੜੇ ਇਸ ਸਿਚੁਏਸ਼ਨ ਨੂੰ ਫੇਸ ਕਰ ਰਹੇ ਆ ਜੀ। ਅਸੀਂ ਕੰਟੈਕਟ ਕੀਤਾ ਹੋਇਆ ਜੀ ਕੌਂਸਲੇਟ ਜਨਰਲ ਨੂੰ, ਤੇ ਇਹਦੇ ਬਾਰੇ ਥੋੜਾ ਜਿਹਾ ਵੀ ਸਪਸ਼ਟ ਕੀਤਾ ਜਾਏ ਜੀ। ਆਉਣ ਵਾਲੇ ਦਿਨਾਂ 'ਚ ਆਪਣੀ ਕੋਸ਼ਿਸ਼ ਹੋਏਗੀ ਕਿ ਇਸ ਮਸਲੇ ਨੂੰ ਪ੍ਰੋਪਰਲੀ ਹੱਲ ਕੀਤਾ ਜਾਵੇ ਤਾਂ ਕਿ ਇਹ BLS ਦਫ਼ਤਰ ਵਾਲੇ ਜਿਹੜੇ ਸਾਡੇ OCI ਐਪਲੀਕੈਂਟ ਆ ਉਹਨਾਂ ਨੂੰ ਖੱਜਲ ਖਰਾਬ ਨਜਾਇਜ਼ ਤਾਂ ਨਾ ਕਰਨ। 4168953784 4168953784 ਜੋਲ ਸਾਹਿਬ ਦਾ ਨੰਬਰ ਹੈ। ਇਸ ਨੰਬਰ ਨੂੰ ਡਾਇਲ ਕਰਕੇ ਹੈਲੋ ਹਾਈ WhatsApp ਦੇ ਵਿੱਚ ਐਡ ਕਰਕੇ ਇਹਨਾਂ ਦੇ ਨਿਊਜ਼ ਵਿਊਜ਼ ਗੱਲਾਂ ਬਾਤਾਂ ਐਂਡ ਕੋਈ ਵੀ ਸੁਝਾਅ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਤੁਹਾਨੂੰ ਐਡਵਾਈਸ ਲੈਣਾ ਚਾਹੁੰਦੇ ਤਾਂ ਜੋਲ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸ਼ੋਅ ਤੋਂ ਬਾਅਦ ਮੇਰੇ ਤੋਂ ਐਨੀ ਟਾਈਮ ਇਹਨਾਂ ਦਾ ਦੁਬਾਰਾ ਨੰਬਰ ਤੁਸੀਂ ਲੈ ਸਕਦੇ ਹੋ ਜੀ। ਜੋਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੋਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।